बलवंत मुल्तानी मामले 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਸੁਪਰੀਮ ਰਾਹਤ ਮਿਲੀ ਹੈ। ਸੋ ਲਗਾਤਾਰ ਜਿਸ ਤਰ੍ਹਾਂ ਮੁਸ਼ਕਿਲ ਸਾਬਕਾ ਡੀਜੀਪੀ ਦੀ ਬਣੀਆਂ ਹੋਈਆਂ ਸਨ, ਫਿਲਹਾਲ ਇੱਕ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਸੈਣੀ ਜਾਂਚ ਵਿੱਚ ਸਹਿਯੋਗ ਕਰਨ ਸੁਪਰੀਮ ਕੋਰਟ ਨੇ ਇਹ ਵੀ ਨਾਲ ਹੀ ਕਿਹਾ ਹੈ। पंजाब सरकार ਨੂੰ नोटिस जारी करके इस मुतल्लक जवाब हुण कोर्ट ने मंगਿਆ। बलवंत सिंह मुल्तानी मामले 'ਚ मुख मुलजम ने सैनी, जिन्हां दी अगाउं जमानत अर्जी पहलां खारिज हो चुकी है, जिस तो बाद लगातार उन्हां दे सिर ते गिरफ्तारी तलवार लटक रही सी। उन्हां दी भाल भी लगातार कीती जा रही सी, लेकिन उन्हां बारे कुछ भी पता नहीं चल पाया सी। और हाई कोर्ट में पटिशन खारिज होने तो बाद उन्होंने सुप्रीम कोर्ट का रुख किया सी, तो आज सुप्रीम कोर्ट ने सैनी की गिरफ्तारी से रोक लगा के एक वड्डी राहत दी है। हरप्रीत बंदेशाह साडे नाल जुड़ चुके हैं। हरप्रीत, एक बहुत वड्डी राहत साबका डीजीपी नूं मिली है, जिस नाल कोर्ट का कहना है कि बहुत ही डेकोरेटेड जिहड़े ने ओह रहे ने साबका डीजीपी रहे ने। अजे विचकार गिरफ्तारी से रोक लगा के एक वड्डी राहत दी है, लेकिन नाल ही होर की कुछ क्या है कोर्ट ने अज? जी बिल्कुल, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਲਗਭਗ 30 ਸਾਲ ਪੁਰਾਣੇ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਰਾਹਤ ਮਿਲੀ ਹੈ। ਸਾਬਕਾ ਡੀਜੀਪੀ ਪੰਜਾਬ ਨੂੰ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਸਾਫ਼ ਕਿਹਾ ਗਿਆ ਹੈ ਕਿ ਅਜੇ ਜਿਹੜੀ ਉਹਨਾਂ ਨੇ ਆਪਣੀ ਅਗਾਊਂ ਜ਼ਮਾਨਤ ਐਂਟੀਸਿਪੇਟਰੀ ਬੇਲ ਮਿਲੀ ਸੀ, ਉਸ ਨੂੰ ਲੈ ਕੇ ਨੋਟਿਸ ਬਕਾਇਦਾ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਤੇ ਪੰਜਾਬ ਸਰਕਾਰ ਕੋਲੋਂ 4 ਹਫ਼ਤੇ ਦਾ ਸਮਾਂ ਜਿਹੜਾ ਅਜੇ ਤੱਕ ਜਾਣਕਾਰੀ ਮਿਲ ਰਹੀ ਹੈ ਕਿ 4 ਹਫ਼ਤੇ ਦੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਇਸ ਤੇ ਜਵਾਬ ਦਾਖਲ ਕਰੇਗੀ। ਲੇਕਿਨ ਫਿਲਹਾਲ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਤੇ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਦੇ ਜਿਹੜੇ ਵਕੀਲ ਸਨ, ਉਹਨਾਂ ਵਕੀਲ ਨੇ ਸਾਫ਼-ਸਾਫ਼ ਦੱਸਿਆ ਕਿ ਸੁਮੇਧ ਸਿੰਘ ਸੈਣੀ ਇੱਕ ਡੈਕੋਰੇਟਡ ਅਫਸਰ ਰਹੇ ਨੇ, ਇੱਕ ਬੜੇ ਵੱਡੇ ਅਫਸਰ ਰਹੇ ਨੇ। ਥੱਲਿਓਂ ਸ਼ੁਰੂ ਕੀਤਾ, ਉਹਨਾਂ ਦਾ ਰਾਈਜ਼ਨ ਬੜਾ ਵੱਡਾ ਸੀ, ਉਹ ਡੀਜੀਪੀ ਤੱਕ ਰਹੇ, ਉਹਨਾਂ ਦਾ ਡੀਜੀਪੀ ਦਾ ਕਾਰਜਕਾਲ ਰਿਹਾ। ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਤੇ ਜਿਸ ਤਰੀਕੇ ਨਾਲ ਬਲਵੰਤ ਸਿੰਘ ਮੁਲਤਾਨੀ ਦਾ ਵੀ ਇਹ 'ਚ ਨਾਮ ਆਇਆ ਕਿ ਬਲਵੰਤ ਸਿੰਘ ਮੁਲਤਾਨੀ ਜਿਹੜਾ ਉਹ ਫਰਾਰ ਹੋਇਆ, ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਜਦੋਂ ਸੁਮੇਧ ਸਿੰਘ ਸੈਣੀ ਐਸਐਸਪੀ ਸਨ ਉਸ ਦੌਰਾਨ ਉਹਨਾਂ ਤੇ ਟੈਰਰਿਸਟ ਜਿਹੜੇ ਅੱਤਵਾਦੀ ਸਨ ਉਹਨਾਂ ਵੱਲੋਂ ਹਮਲਾ ਕੀਤਾ ਗਿਆ, ਉਹਨਾਂ ਨੂੰ 5 ਗੋਲੀਆਂ ਲੱਗੀਆਂ। ਪੂਰੀ ਉਹਨਾਂ ਨੇ ਆਪਣੀ ਪੂਰੀ ਜਿਹੜੀ ਕਹਾਣੀ ਹੈ ਸੁਮੇਧ ਸਿੰਘ ਸੈਣੀ ਨੇ ਉਹ ਦੱਸੀ ਤੇ ਫਿਲਹਾਲ ਸੁਪਰੀਮ ਕੋਰਟ ਵੱਲੋਂ ਇੱਕ ਵੱਡੀ ਰਾਹਤ ਜਿਹੜੀ ਹੈ ਉਹ ਮਿਲ ਗਈ ਹੈ ਕਿ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਸਰਕਾਰ ਹੁਣ ਇਸ ਤੇ ਸਵਾਲ ਆਪਣਾ ਜਵਾਬ ਦਾਖਲ ਕਰੇਗੀ ਤਾਂ ਉਸ ਤੋਂ ਬਾਅਦ ਅਗਲੀ ਸੁਣਵਾਈ ਹੋਏਗੀ। ਲੇਕਿਨ ਜ਼ਾਹਿਰ ਤੌਰ ਤੇ ਜਿਸ ਤਰੀਕੇ ਨਾਲ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ, ਦਿੱਲੀ, ਇਸ ਤੋਂ ਇਲਾਵਾ ਗਾਜ਼ੀਆਬਾਦ, ਸ਼ਿਮਲਾ, ਡੱਬਵਾਲੀ, ਸਿਰਸਾ, ਚੰਡੀਗੜ੍ਹ, ਜਿੰਨੇ ਥਾਵਾਂ ਤੇ ਦਬਿਸ਼ ਦਿੱਤੀ ਜਾ ਰਹੀ ਸੀ ਉਹਨੂੰ ਲੱਭਣ ਵਾਸਤੇ, ਹੁਣ ਮੰਨਿਆ ਜਾਏ ਕਿ ਜਿਸ ਤਰੀਕੇ ਨਾਲ ਭੱਜ ਰਹੇ ਸਨ ਉਹਨਾਂ ਨੂੰ ਫਿਲਹਾਲ ਰਾਹਤ ਦੇ ਦਿੱਤੀ ਗਈ ਹੈ। ਕਿਉਂਕਿ ਕੋਰਟ 'ਚ ਵੀ ਕਿਹਾ ਗਿਆ ਕਿ ਐਬਸਕੌਂਡਿੰਗ ਨੇ, ਆਖਰ ਉਹ ਕਿਉਂ ਦੌੜ ਰਹੇ ਨੇ, ਤੇ ਉੱਥੇ ਹੀ ਕੋਰਟ ਨੇ ਇਹ ਵੀ ਪੁੱਛਿਆ ਕਿ ਆਖਰ ਇੰਨੀ ਜਲਦੀ ਕੀ ਇਸ ਸ਼ਖਸ ਨੂੰ ਇੰਨਾ ਗ੍ਰਿਫਤਾਰ ਕਰਨ ਦੀ। ਤੇ ਫਿਲਹਾਲ ਇੱਕ ਰਾਹਤ ਹੈ ਬੜੀ ਵੱਡੀ ਸੁਮੇਧ ਸਿੰਘ ਸੈਣੀ ਵਾਸਤੇ ਕਿ ਉਹਨਾਂ ਨੂੰ ਫਿਲਹਾਲ ਗ੍ਰਿਫਤਾਰੀ ਤੋਂ ਰੋਕ ਉਹਨਾਂ ਤੇ ਲਗਾ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ। ਬਿਲਕੁਲ, ਇੱਕ ਵੱਡੀ ਰਾਹਤ ਜਿਹੜੀ ਹੈ ਸਾਬਕਾ ਡੀਜੀਪੀ ਨੂੰ ਮਿਲੀ ਹੈ, ਜਿਸ ਦੀ ਕਿ ਉਹ ਲਗਾਤਾਰ ਪਾਲ ਕਰ ਰਹੇ ਸਨ। ਲੇਕਿਨ ਹੁਣ ਕਿਉਂਕਿ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਉਹ ਲੇਕਿਨ गिरफ्तारी नहीं होएगी, लेकिन उन्होंने सहयोग इस पूरे मामले देना होएगा। हुण सवाल यह उठदा कि आखिर सुमेध सैनी जिन्हां दी लगातार पाल हो रही है वो कित्थे ने, क्या हुण वो सामने आउणगे और इस मामले दे विच सहयोग देणगे जिस दे नाल कोर्ट ने उन्हां नूं किहा? जी बिल्कुल, कोर्ट ने क्या उन्होंने क्यों कोऑपरेट करने इस मामले पूरी इस इन्वेस्टिगेशन नूं, ते जाहिर तौर पर हुण सुमेध सिंह सैनी नूं सामने आउणा पएगा, अपना पक्ष जिहड़ा वो पूरे तरीके नाल सामने रखना पएगा। उस तो बाद तस्वीर साफ होएगी कि इस मामले 'ਚ अगला मोड़ की आउंदा है। लेकिन सुमेध सिंह सैनी नूं जिहड़ी गिरफ्तारी सी, क्योंकि उन्हां वास्ते दबिश दित्ती जा रही सी, रेड कीते जा रहे सन कि वो हत्थे आउण, तो फिलहाल वो एक वड्डी राहत है उन्हां वास्ते। लेकिन कोर्ट ने नाल उन्हां नूं इन्वेस्टिगेशन दे विच सहयोग करन नूं किहा ते जाहिर तौर ते हुण सुमेध सिंह सैनी नूं सामने आउणा पएगा। सामने आके ही वो इस मामले दी पूरी जिहड़ी पुछ पड़ताल जो जांच चल रही है ਉਹਦੇ ਵਿੱਚ ਹਿੱਸਾ ਲੈਣਗੇ, सहयोग ਕਰਨਗੇ। ਉਸ ਤੋਂ ਬਾਅਦ ਜਿਹੜੀ ਇਹ ਤਸਵੀਰ ਸਾਫ਼ ਹੋ ਪਾਏਗੀ। ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਸੁਮੇਧ ਸਿੰਘ ਸੈਣੀ ਆਖਰ ਭੱਜ ਕਿਉਂ ਰਹੇ ਸਨ? ਜਿਹੜਾ ਉਹ ਸਵਾਲ ਹੈ ਉਹ ਅਜੇ ਵੀ ਉੱਥੇ ਹੀ ਖੜਾ ਹੈ ਕਿ ਆਖਰ ਸੁਮੇਧ ਸਿੰਘ ਸੈਣੀ ਇੰਨੇ ਦਿਨਾਂ ਤੋਂ ਕਿਉਂ ਭੱਜ ਰਹੇ ਸਨ? ਸਿਰਫ ਉਹ ਇਸ ਰਾਹਤ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗੇ। ਹੁਣ ਰੋਕ ਲੱਗ ਗਈ ਹੈ, ਹੁਣ ਇਹ ਮੰਨਿਆ ਜਾਏ ਕਿ ਸੁਮੇਧ ਸਿੰਘ ਸੈਣੀ ਅੱਗੇ ਆਉਣਗੇ ਤੇ ਪੰਜਾਬ ਪੁਲਿਸ ਜੋ ਇਸ ਮਾਮਲੇ ਨੂੰ ਇਨਵੈਸਟੀਗੇਟ ਕਰ ਰਹੀ ਹੈ ਉਹਦੇ ਵਿੱਚ सहयोग ਕਰਨਗੇ। बिल्कुल, लेकिन क्योंकि सवाल यही है कि क्या वो इस गिरफ्तारी के डर तो ही छुप रहे सन, क्योंकि इस मामले में कई चीज़ां सामने आनियां बेहद जरूरी ने। आप वो साबका डीजीपी रहे ने, इन्ने ज़्यादा डेकोरेटेड ऑफिसर रहे ने, सब तो यंगेस्ट, जिस तरह तुसीं इस तो पहलां भी जानकारी दी सी, डीजीपी वो बने। अजे विचकार उन्हां नूं हुण शायद एक कोर्ट तो राहत मिली है और कोर्ट की इस गल वल भी उन्हां नूं गौर करना पएगा कि इस मामले 'च उन्हां नूं अपने बयान देने पैणगे, सहयोग जिहड़ा है पूरा इन्वेस्टिगेशन देना पएगा। जी बिल्कुल, जाहिर तौर पर एक वो शख्स जिन्हें लगभग इन्ने लंबे समय तक एक फोर्स नूं लीड किया होवे, उस ते फिर उस फोर्स का वो डीजीपी रहा होए, आप एक IPS अफसर हो रहे ने, तो उन्होंने हालातों के उन्हों का भजना, उन्हों का दौड़ना जाहिर तौर पर सवाल बड़े खड़े करता। दूसरी चीज़
ਜੋ ਸ਼ਖਸ ਸਿਸਟਮ ਨੂੰ ਇੰਨੀ ਬਿਹਤਰੀਨ ਤਰੀਕੇ ਨਾਲ ਜਾਣਦਾ ਹੋਵੇ, ਇੰਨੀ ਚੰਗੀ ਤਰੀਕੇ ਨਾਲ ਸਿਸਟਮ ਨੂੰ ਜਾਣਦਾ ਹੋਵੇ, ਉਹਦੇ ਵਾਸਤੇ ਸਿਸਟਮ ਦੇ ਨਾਲ ਖੇਡਣਾ ਹੈ, ਇਹ ਕਿਹਾ ਜਾਏ ਕਿ ਸਿਸਟਮ ਤੋਂ ਬਚਣਾ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੈਗਾ। ਇਸੇ ਕਰਕੇ ਮੰਨਿਆ ਜਾ ਰਿਹਾ ਕਿ ਅਜੇ ਤੱਕ ਸੁਮੇਧ ਸੈਣੀ ਪੰਜਾਬ ਪੁਲਿਸ ਦੇ ਹੱਥੇ ਨਹੀਂ ਲੱਗੇ। ਸੁਮੇਧ ਸੈਣੀ ਵਾਸਤੇ ਸਿਰਫ ਰਾਹਤ ਇਹ ਵੇ ਕਿ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ, ਜਿਹੜਾ ਉਹਨਾਂ ਨੂੰ ਅਰੈਸਟ ਕਰ ਸਕਦੀ ਸੀ ਪੁਲਿਸ, ਲੇਕਿਨ ਉਹਨਾਂ ਨੂੰ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਨਾ ਪਏਗਾ। ਸਾਰੇ ਆਪਣੇ ਜਿਹੜੇ ਕਲਮਬੰਦ ਬਿਆਨ ਦੇਣੇ ਪੈਣਗੇ, ਪੂਰੀ ਜਾਂਚ ਦੇ ਵਿੱਚ ਜਿਹੜਾ ਉਹ ਸਹਿਯੋਗ ਕਰਨਾ ਪਏਗਾ। ਹੁਣ ਸਵਾਲ ਜਿਹੜਾ ਸਭ ਤੋਂ ਵੱਡਾ ਖੜਾ ਹੋਏਗਾ ਕਿ ਪੰਜਾਬ ਸਰਕਾਰ ਜਿਹੜਾ ਜਵਾਬ ਦਾਖਲ ਕਰੇਗੀ ਉਹ ਕੀ ਹੋਏਗਾ, ਉਹਦੇ ਉੱਤੇ ਅਗਲਾ ਬੇਸ ਰਹੇਗਾ ਕਿ ਸੁਮੇਧ ਸਿੰਘ ਰੈਣੀ ਨੂੰ ਫਿਰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਦੁਬਾਰਾ ਤੋਂ ਉਹਨਾਂ ਨੂੰ ਪੁਲਿਸ ਅਰੈਸਟ ਕਰ ਸਕਦੀ ਹੈ ਅਗਲੀ ਜਾਂਚ ਵਾਸਤੇ। ਜੀ ਹਰਪ੍ਰੀਤ, ਸ਼ੁਕਰੀਆ ਫਿਲਹਾਲ ਦੀ ਸਾਰੀ ਵਿਸਤਾਰ ਜਾਣਕਾਰੀ ਲਈ। ਸੋ ਫਿਲਹਾਲ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇੱਕ ਵੱਡੀ ਰਾਹਤ ਸੁਪਰੀਮ ਕੋਰਟ ਤੋਂ ਮਿਲੀ ਹੈ। ਉਹਨਾਂ ਦੀ ਗ੍ਰਿਫਤਾਰੀ ਤੇ ਕੋਰਟ ਨੇ ਰੋਕ ਲਗਾ ਦਿੱਤੀ ਹੈ, ਲੇਕਿਨ ਨਾਲ ਦੇ ਨਾਲ ਇਹ ਵੀ ਕਿਹਾ ਹੈ ਕਿ ਉਹ ਪੂਰੀ ਇਨਵੈਸਟੀਗੇਸ਼ਨ ਵਿੱਚ ਹੁਣ ਸਾਹਮਣੇ ਆ ਕੇ ਪੂਰਾ ਸਹਿਯੋਗ ਕਰਨ।